फिर 1914 में जो जहाज़ अपना कामागाटामारू आया, फिर इन्होंने जी हैल्प की सी फूड वाटर मैडिकेशन की कामागाटामारू के पैसेंजर्स को, जिमें आप स्टोरी बोर्ड किसी लगावो ताकि जी है ऑक्सफोर्ड के रेजिडेंट ने या कनेडियन ने इन्हों भी पता लग सके इस इतिहास बारे। वो तो आप ईजिली मन गए थे स्टोरी बोर्ड लगाने के लिए, पर जी है बहुत ज़्यादा मेहनत मैंने स्ट्रीट साइन लिए करनी पई। साउथ फ्रेजर वे का नाम उन्होंने कामागाटामारू वे रखा वा। एक कम्यूनिटी का बहुत ज़्यादा इकट्ठ सीगा, बहुत ज़्यादा भरवा hunगारा से कम्यूनिटी का। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਐਬਸਫੋਰਡ ਸਿਟੀ ਵਿੱਚ ਇੱਕ ਸੜਕ ਦਾ ਨਾਮ ਬਦਲ ਕੇ ਕਾਮਾਗਾਟਾਮਾਰੂ ਮਾਰਗ ਰੱਖ ਦਿੱਤਾ ਗਿਆ ਹੈ। ਅਜਿਹਾ ਉਹਨਾਂ 376 ਭਾਰਤੀਆਂ ਦੀ ਯਾਦ ਵਿੱਚ ਕੀਤਾ ਗਿਆ ਜੋ 1914 ਵਿੱਚ ਸਮੁੰਦਰੀ ਜਹਾਜ਼ ਰਾਹੀਂ ਭਾਰਤ ਤੋਂ ਕੈਨੇਡਾ ਪਹੁੰਚੇ ਸਨ, ਪਰ ਉਸ ਵੇਲੇ ਦੀਆਂ ਨਸਲੀ ਨੀਤੀਆਂ ਕਰਕੇ ਉਹਨਾਂ ਨੂੰ ਇੱਥੇ ਦਾਖਲ ਨਹੀਂ ਸੀ ਹੋਣ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਫੈਸਲਾ ਵੈਨਕੂਵਰ ਵਿੱਚ ਕਾਮਾਗਾਟਾਮਾਰੂ ਜਹਾਜ਼ ਵਿੱਚ ਫਸੇ ਲੋਕਾਂ ਦੇ ਪਰਿਵਾਰਾਂ ਦੀ ਬੇਨਤੀ ਤੋਂ ਬਾਅਦ ਆਇਆ, ਜਿਨ੍ਹਾਂ ਨੇ ਕੌਂਸਲ ਨੂੰ ਉਸ ਸਮੇਂ ਐਬਸਫੋਰਡ ਦੇ ਦੱਖਣ ਏਸ਼ੀਆਈ ਭਾਈਚਾਰੇ ਦੁਆਰਾ ਨਿਭਾਈ ਗਈ ਮਾਨਵਤਾਵਾਦੀ ਭੂਮਿਕਾ ਨੂੰ ਯਾਦ ਕਰਨ ਦੇ ਲਈ ਕਿਹਾ ਸੀ। ਐਬਸਫੋਰਡ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਸਾਊਥ ਫਰੇਜ਼ਰ ਵੇ ਦੇ ਇੱਕ ਹਿੱਸੇ ਦਾ ਨਾਮ ਬਦਲਣ ਲਈ ਵੋਟ ਕੀਤਾ ਸੀ, ਜੋ ਕਿ ਵੇਅਰ ਸਟਰੀਟ ਤੋਂ ਫੇਅਰਲੈਂਡ ਸਟਰੀਟ ਕਾਮਾਗਾਟਾਮਾਰੂ ਵੇ ਤੱਕ ਫੈਲਿਆ ਹੋਇਆ। ਕੌਂਸਲ ਨੇ ਐਬਸਫੋਰਡ ਸਿੱਖ ਟੈਂਪਲ ਵਿਖੇ ਇੱਕ ਤਖਤੀ ਅਤੇ ਕਾਮਾਗਾਟਾਮਾਰੂ ਘਟਨਾ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਇੱਕ ਵਿਦਿਅਕ ਕਿੱਟ ਲਈ ਵੀ ਵੋਟ ਦਿੱਤਾ ਸੀ, ਜੋ ਕਿ ਹੁਣ ਸਥਾਪਿਤ ਕਰ ਦਿੱਤੇ ਗਏ ਹਨ। ਇੱਕ ਸਮਾਗਮ ਦੇ ਦੌਰਾਨ ਬਹੁਤ ਵੱਡੀ ਗਿਣਤੀ ਕਮਿਊਨਿਟੀ ਨੇ ਸ਼ਿਰਕਤ ਕੀਤੀ ਅਤੇ ਇਹ ਸਾਈਨ ਬੋਰਡ ਲਗਵਾਏ ਗਏ। ਕਾਮਾਗਾਟਾਮਾਰੂ ਕਾਂਡ 1914 ਵਿੱਚ ਇੱਕ ਮਹੱਤਵਪੂਰਨ ਨਸਲਵਾਦੀ ਘਟਨਾ ਸੀ। ਰਾਜ ਸਿੰਘ ਤੂਰ ਨੇ ਕਿਹਾ ਕਿ ਇਹ ਫੈਸਲਾ ਲੋਕਾਂ ਨੂੰ ਸਮਝਣ ਅਤੇ ਨਾਲ ਲੈ ਕੇ ਚੱਲਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਹਰ ਕਿਸੇ ਨੂੰ ਸੱਭਿਆਚਾਰਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਦਾ ਸਨਮਾਨ ਕਰਦਾ ਹੈ। ਉਹਨਾਂ ਕਿਹਾ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ ਕਿ ਸਾਡੇ ਕੋਲ ਸਾਰਿਆਂ ਲਈ ਨਿਆਂਪੂਰਨ ਸਮਾਜ ਹੈ। ਰਾਜਤੇਜ ਸਿੰਘ ਤੂਰ ਸਟੂਡੀਓ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਖਾਸ ਤੌਰ 'ਤੇ ਇਸ ਬਾਰੇ ਗੱਲਬਾਤ ਕੀਤੀ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਗੱਲਬਾਤ ਹੋਣ ਵਾਲੀ ਹੈ। ਅਸੀਂ ਲਗਾਤਾਰ ਤੁਹਾਡੇ ਤੱਕ ਇਹ ਇਨਫੋਰਮੇਸ਼ਨ ਪਹੁੰਚਾ ਰਹੇ ਹਾਂ ਕਿ ਕਾਮਾਗਾਟਾਮਾਰੂ ਉਹ ਜਹਾਜ਼ ਜਿਹਦੀ ਘਟਨਾ ਅੱਜ ਤੱਕ ਯਾਦ ਹੈ। ਕਈਆਂ ਦੇ ਗ੍ਰੈਂਡਫਾਦਰ ਇੱਥੇ ਪਹੁੰਚੇ ਸੀ, ਜੇ ਨਹੀਂ ਵੀ ਪਹੁੰਚੇ ਸੀ ਤਾਂ ਉਹ ਸਾਡੀ ਕਮਿਊਨਿਟੀ ਦਾ ਇੱਕ ਹਿੱਸਾ ਸਨ ਅਤੇ ਉਹਨਾਂ ਦੇ ਕਰਕੇ ਹੀ ਅੱਜ ਅਸੀਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਬੜੇ ਵਧੀਆ ਅਹੁਦਿਆਂ ਦੇ ਉੱਤੇ ਬੈਠੇ ਕੰਮਕਾਜ ਕਰ ਰਹੇ ਨੇ। ਅਤੇ ਪੰਜਾਬੀ ਪ੍ਰਾਊਡ ਦੇ ਨਾਲ ਕਹਿ ਸਕਦੇ ਨੇ ਕਿ ਕਾਮਾਗਾਟਾਮਾਰੂ ਇੱਕ ਜਹਾਜ਼ ਆਇਆ ਸੀ ਅਤੇ ਜਿਨ੍ਹਾਂ ਨੇ ਨੀਂਹ ਰੱਖ ਦਿੱਤੀ ਸੀ ਕਿ ਭਾਰਤੀ ਪੰਜਾਬੀ ਇੱਥੇ ਆ ਕੇ ਰਹਿ ਸਕਦੇ ਨੇ ਅਤੇ ਵਸ ਸਕਦੇ ਨੇ, ਕਿਉਂਕਿ ਹੁਣ ਬਹੁਤ ਉੱਚੇ ਅਹੁਦਿਆਂ ਦੇ ਉੱਤੇ ਭਾਰਤੀ ਅਤੇ ਪੰਜਾਬੀਆਂ ਨੇ ਨਾਂ ਰੌਸ਼ਨ ਕੀਤਾ ਹੋਇਆ। ਅਤੇ ਐਡਵੋਕੇਟ ਕਰ ਰਹੇ ਨੇ ਕਾਮਾਗਾਟਾਮਾਰੂ ਦੇ ਪਰਿਵਾਰਕ ਮੈਂਬਰ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਸੇ ਦੇ ਦਾਦਾ ਜੀ, ਕਿਸੇ ਦੇ ਨਾਨਾ ਜੀ ਇੱਥੇ ਪਹੁੰਚੇ ਹੋਏ ਸੀ, ਗ੍ਰੇਟ ਗ੍ਰੈਂਡਫਾਦਰ ਕਈਆਂ ਦੇ ਪਹੁੰਚੇ ਹੋਏ ਸੀ, ਅਤੇ ਉਹ ਅਜੇ ਵੀ ਐਡਵੋਕੇਸੀ ਕਰ ਰਹੇ ਨੇ ਕਿ ਉਹਨਾਂ ਦੇ ਨਾਂ ਨੂੰ ਯਾਦ ਰੱਖਿਆ ਜਾਵੇ, ਉਹਨਾਂ ਦੇ ਨਾਂ ਦੇ ਉੱਤੇ ਮਾਰਗ ਰੱਖੇ ਜਾਣ, ਸਟਰੀਟਸ ਨੇਮ ਰੱਖੇ ਜਾਣ, ਤਾਂ ਕਿ ਉਹਨਾਂ ਦੀ ਹਿਸਟਰੀ ਦੇ ਬਾਰੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਵੀ ਪਤਾ ਲੱਗਦਾ ਰਹੇ। ਰਾਜ ਸਿੰਘ ਤੂਰ ਉਹਨਾਂ ਦੇ ਵਿੱਚੋਂ ਇੱਕ ਨੇ ਜੋ ਹਮੇਸ਼ਾ, ਚਾਹੇ ਉਹ ਕੈਨੇਡਾ ਪਲੇਸ ਦੀ ਗੱਲ ਹੋਵੇ, ਚਾਹੇ ਵੈਨਕੂਵਰ ਸਰੀ ਦੇ ਵਿੱਚ ਕਿਸੇ ਸਟਰੀਟ ਦੇ ਰੀਨੇਮ ਦੀ ਗੱਲ ਹੋਵੇ, ਹਮੇਸ਼ਾ ਐਡਵੋਕੇਟੀ ਕਰਦੇ ਨੇ। ਅਤੇ ਹੁਣ ਵੀ ਉਹਨਾਂ ਦੀ ਕੀਤੀ ਮਿਹਨਤ ਦੇ ਸਦਕਾ ਐਬਸਫੋਰਡ ਦੇ ਵਿੱਚ ਵੀ ਇੱਕ ਸਟਰੀਟ ਦਾ ਨਾਮ ਕਾਮਾਗਾਟਾਮਾਰੂ ਵੇ ਰੱਖ ਦਿੱਤਾ ਗਿਆ। ਅਤੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ, ਸਿੱਖ ਟੈਂਪਲ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਪੈਨਲ ਲੱਗੇ ਹੋਏ ਨੇ। ਪੂਰੀ ਜਾਣਕਾਰੀ ਦੇਣ ਦੇ ਲਈ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਰਾਜ ਸਿੰਘ ਤੂਰ। ਆਓ ਸਵਾਗਤ ਕਰਦੇ ਹਾਂ ਅਤੇ ਨਾਲ ਗੱਲਬਾਤ ਕਰਦੇ ਹਾਂ। ਰਾਜ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੁਸੀਂ ਹਮੇਸ਼ਾ ਸਟੂਡੀਓ ਦੇ ਵਿੱਚ ਆਉਂਦੇ ਆ, ਸਾਨੂੰ ਇਨਫੋਰਮੇਸ਼ਨ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਵੇਂ ਅਸੀਂ ਵੈਨਕੂਵਰ ਦੀ ਗੱਲ ਕੀਤੀ ਹੈ, ਸਰੀ ਦੀ ਗੱਲ ਕੀਤੀ ਹੈ, ਅਤੇ ਹਮੇਸ਼ਾ ਜਿੱਥੇ ਵੀ ਰੀਨੇਮ ਹੋਇਆ ਨਾਮ ਜਿਹੜਾ ਬਦਲ ਕੇ ਕਾਮਾਗਾਟਾਮਾਰੂ ਵੇ ਰੱਖ ਦਿੱਤਾ ਗਿਆ। ਅਤੇ ਹੁਣ ਐਬਸਫੋਰਡ ਦੇ ਵਿੱਚ ਵੀ ਕਈ ਸਾਲਾਂ ਦੀ ਮਿਹਨਤ ਦੇ ਬਾਅਦ ਹੁਣ ਸਾਈਨ ਲੱਗ ਗਏ ਨੇ, ਸਾਈਨ ਰਿਵੀਲ ਕਰ ਦਿੱਤੇ ਗਏ ਨੇ। ਦੱਸੋ ਜੀ, ਪੂਰੀ ਇਨਫੋਰਮੇਸ਼ਨ ਦਿਓ ਇਹਦੇ ਬਾਰੇ। ਹਾਂਜੀ, ਮੈਂ 4 ਸਾਲ ਪਹਿਲਾਂ ਸਿਟੀ ਆਫ ਐਬਸਫੋਰਡ ਨੂੰ ਮੇਅਰ ਨੂੰ
ਨੂੰ ਕਾਉਂਸਲ ਨੂੰ ਮੈਂ ਐਪਲੀਕੇਸ਼ਨ ਘੱਲੀ ਸੀਗੀ ਕਿਉਂਕਿ ਮੈਂ ਉਹਨਾਂ ਨੂੰ ਲਿਖਿਆ ਸੀਗਾ ਵੀ ਤੁਹਾਡਾ ਡਾਇਰੈਕਟ ਜਿਹੜਾ ਹੈਗਾ ਕਨੈਕਸ਼ਨ ਹੈਗਾ, ਪੋਜ਼ਿਟਿਵ ਕਨੈਕਸ਼ਨ ਹੈਗਾ ਕੋਮਾਗਾਟਾ ਮਾਰੂ ਦੇ ਜਿਹੜੇ ਇੰਸੀਡੈਂਟ ਦੇ ਨਾਲ, ਕਿਉਂਕਿ 1911 ਵਿੱਚ ਉੱਥੇ ਗੁਰਦੁਆਰਾ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਬਣਾਇਆ ਗਿਆ ਸੀਗਾ ਬਜ਼ੁਰਗਾਂ ਵੱਲੋਂ, ਤੇ ਉਹ ਮਹਿਲ 'ਚ ਕੰਮ ਕਰਿਆ ਕਰਦੇ ਸਨ ਬਜ਼ੁਰਗ, ਤੇ ਉੱਥੋਂ ਉਹ ਆਪਦੇ ਮੋਢਿਆਂ ਤੇ ਜਿਹੜੀ ਮਿਲ 'ਚ ਕੰਮ ਕਰਦੇ ਸੀਗੇ ਲੰਬਰ ਜਿਹੜਾ ਲੈ ਕੇ ਆਉਂਦੇ ਸੀਗੇ ਢੋ ਕੇ ਉਹ, ਤੇ ਉਹ ਢੋ ਕੇ ਲੰਬਰ ਆਪਦੇ ਮੋਢਿਆਂ ਤੇ ਉਹਨਾਂ ਨੇ ਗੁਰਦੁਆਰਾ ਬਣਾਇਆ ਸੀਗਾ। ਫਿਰ 1914 ਵਿੱਚ ਜਦੋਂ ਉਹ ਜਹਾਜ਼ ਆਪਣਾ ਕੋਮਾਗਾਟਾ ਮਾਰੂ ਆਇਆ ਤੇ ਇਹਨਾਂ ਨੇ ਜਿਹੜੇ ਸੀਗੇ ਵਿੱਚੋਂ ਉਸ ਸੁਰ ਕਮੇਟੀ ਦੇ ਮੈਂਬਰ ਵੀ ਬਣੇ, ਤੇ ਨਾਲੇ ਫਿਰ ਇਹਨਾਂ ਨੇ ਜਿਹੜੀ ਹੈਲਪ ਕੀਤੀ ਸੀਗੀ ਫੂਡ ਵਾਟਰ ਮੈਡੀਕੇਸ਼ਨ ਦੀ ਕੋਮਾਗਾਟਾ ਮਾਰੂ ਦੇ ਪੈਸੇਂਜਰਸ ਨੂੰ। ਤੇ ਫਿਰ ਮੈਂ ਆਖਿਆ ਸੀਗਾ ਵੀ ਤੁਸੀਂ ਕਿਸੇ ਸਟਰੀਟ ਦਾ ਨਾਂ ਤੇ ਇੱਕ ਜਿਹੜੀ ਹਿਸਟਰੀ ਆ ਰਾਈਟ ਕਿਸੇ ਜਿਵੇਂ ਉਹ ਆਪਾਂ ਸਟੋਰੀ ਬੋਰਡ ਕਿਸੇ ਲਗਾਵੋ ਤਾਂ ਕਿ ਜਿਹੜੇ ਹੈਗੇ ਜਿਹੜੇ ਐਕਸਪੋਰਟ ਦੇ ਰੈਜ਼ੀਡੈਂਟ ਨੇ ਜਾਂ ਕੈਨੇਡੀਅਨ ਨੇ ਇਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਇਸ ਇਤਿਹਾਸ ਬਾਰੇ। ਉਸ ਤੋਂ ਮਗਰੋਂ ਫਿਰ ਮੇਰੀਆਂ ਕਈ ਮੀਟਿੰਗਾਂ ਹੋਈਆਂ ਸਿਟੀ ਸਟਾਫ ਦੇ ਨਾਲ, ਤੇ 3-4 ਸਾਲ ਅਸੀਂ ਜਿਵੇਂ ਮੀਟਿੰਗਾਂ ਕਰਦੇ ਰਹੇ, ਤੇ ਜਿਹੜੀ ਹੈਗੀ ਆ ਉਹ ਤਾਂ ਆਪਾਂ ਈਜ਼ੀਲੀ ਮੰਨ ਗਏ ਸੀਗੇ ਇਹ ਸਟੋਰੀ ਬੋਰਡ ਲਗਾਉਣ ਦੇ ਲਈ, ਪਰ ਜਿਹੜੀ ਹੈਗੀ ਬਹੁਤ ਜ਼ਿਆਦਾ ਮਿਹਨਤ ਮੈਨੂੰ ਸਟਰੀਟ ਸਾਈਨ ਲਈ ਕਰਨੀ ਪਈ, ਤੇ ਇਹਦੇ ਲਈ ਬਹੁਤ ਹੀ ਜ਼ਿਆਦਾ ਮੈਨੂੰ ਮਿਹਨਤ ਕਰਨੀ ਪਈ। ਫਾਈਨਲੀ ਫਿਰ ਸਿਟੀ ਐਗਰੀ ਹੋ ਗਈ ਸੀਗੀ। ਮੈਂ ਕਿਹਾ ਵੀ ਇਦੋਂ ਘੱਟ ਤਾਂ ਮੈਂ ਗੱਲ ਨਹੀਂ ਕਰਨੀ ਹੈ ਨਾ, ਵੀ ਐਪਲੀਕੇਸ਼ਨ ਮੇਰੀ ਆ ਤੇ ਵੀ ਸਟਰੀਟ ਤਾਂ ਅਸੀਂ ਲੈਣੀ ਆ, ਕਿਉਂਕਿ ਤੁਹਾਨੂੰ ਚਾਹੇ ਬਣਦਾ ਵੀ ਥੋੜਾ ਹੱਕ ਵੀ ਬਣਦਾ ਸਟਰੀਟ ਦੇਣ ਦਾ, ਕਿਉਂਕਿ ਥੋੜਾ ਡਾਇਰੈਕਟ ਕਨੈਕਸ਼ਨ ਹੈਗਾ ਵਾ। ਹਾਲਾਂਕਿ ਜਿਹੜੀ ਸਰੀ ਹੈਗੀ ਆ ਮੈਂ ਦੱਸਿਆ ਵੀ ਸਰੀ ਦਾ ਡਾਇਰੈਕਟ ਕਨੈਕਸ਼ਨ ਵੀ ਹੈ ਨਹੀਂ ਸੀਗਾ, ਉਹਨਾਂ ਨੇ ਸਟਰੀਟ ਵੀ ਦਿੱਤੀ ਹੈ, ਸਟੋਰੀ ਬੋਰਡ ਵੀ ਦਿੱਤਾ, ਤੁਹਾਡਾ ਡਾਇਰੈਕਟ ਕਨੈਕਸ਼ਨ ਹੈਗਾ ਵੀ ਤੁਸੀਂ ਕਿਉਂ ਨਹੀਂ ਦੇ ਰਹੇ ਹੈ ਨਾ। ਸੋ ਫਾਈਨਲੀ ਫਿਰ ਉਹ ਐਗਰੀ ਹੋ ਗਏ ਸੀਗੇ, ਤੇ ਉਸ ਤੋਂ ਮਗਰੋਂ ਤੇ ਆਪਣੇ ਜਿਹੜੇ ਹੈਗੇ ਆ ਸੈਟਰਡੇ ਸੇ ਜੁਲਾਈ 22 ਨੂੰ ਫਿਰ ਉਸੇ ਸਾਈਨ ਲਗਾ ਦਿੱਤੇ ਗਿਆ, ਸਟਰੀਟ ਸਾਈਨ ਲਗਾ ਦਿੱਤੇ ਆ ਉਹਨਾਂ ਨੇ। ਸਾਊਥ ਫਰੇਜ਼ਰ ਵੇ ਦਾ ਮੇਰੀ ਰਿਕੁਐਸਟ ਤੇ ਸਾਊਥ ਫਰੇਜ਼ਰ ਵੇ ਦਾ ਨਾਮ ਉਹਨਾਂ ਨੇ ਕੋਮਾਗਾਟਾ ਮਾਰੂ ਵੇ ਰੱਖਿਆ ਵਾ। ਤੇ ਆਪਣੇ ਜਿਹੜਾ ਇਹ ਫੇਅਰਲੈਂਡ ਸਟਰੀਟ ਜਿਵੇਂ ਗੁਰਦੁਆਰੇ ਕਿਉਂਕਿ 1911 ਵਿੱਚ ਬਣਾਇਆ ਗਿਆ ਸੀ ਉੱਥੋਂ ਸ਼ੁਰੂ ਹੁੰਦੀ ਆ ਤੇ ਬੇਰ ਸਟਰੀਟ ਤੱਕ ਸਾਈਨ ਜਾਂਦੇ ਨੇ ਜੀ। ਤੇ ਨਾਲੇ ਫਿਰ ਅਸੀਂ ਜਿਹੜੇ ਹੈਗੇ ਆ ਉੱਥੇ 3 ਸਟੋਰੀ ਬੋਰਡ ਲਗਾਏ ਗਏ ਨੇ ਇੰਗਲਿਸ਼ ਤੇ ਪੰਜਾਬੀ ਵਿੱਚ, ਤੇ ਉਹਦੇ ਵਿੱਚ ਕੋਮਾਗਾਟਾ ਮਾਰੂ ਦੀ ਸਟੋਰੀ ਲਿਖੀ ਗਈ ਆ। ਫਿਰ ਜੋ ਉਹਨਾਂ ਦੇ ਗੁਰਦੁਆਰੇ ਨੇ ਜੋ ਪਾਰਟ ਵਧੀਆ ਪਲੇ ਕੀਤਾ ਵਾ, ਇੱਕ ਪੋਜ਼ਿਟਿਵ ਜਿਹੜਾ ਸੀਗਾ ਹੈਲਪ ਕੀਤੀ ਉਹਨਾਂ ਦੀ, ਤੇ ਉਹਦਾ ਵੀ ਜ਼ਿਕਰ ਕੀਤਾ ਗਿਆ ਉਹਦੇ ਵਿੱਚ। ਤੇ ਨਾਲ ਹੀ ਨਾਲ ਮੇਅਰ ਸਾਹਿਬ ਨੇ ਜਿਹੜੀ ਮੇਰੀ ਐਡਵੋਕੇਸੀ ਆ ਉਹ ਵੀ ਉਹਨਾਂ ਨੇ ਪੈਨਲ ਵਿੱਚ ਰਿਕੋਗਨਾਈਜ਼ ਕੀਤੀ ਆ। ਤੇ ਫਿਰ ਮੈਂ ਤੇ ਮੇਅਰ ਸਾਹਿਬ ਨੇ ਮਿਲ ਕੇ ਅਸੀਂ ਪਹਿਲਾਂ ਤਾਂ ਜਿਹੜੇ ਹੈਗੇ ਆ ਜਿਹੜੇ ਸਾਈਨ ਹੈਗੇ ਆ ਜਿਹੜੇ ਸਟੋਰੀ ਬੋਰਡ ਹੈਗੇ ਆ ਉਹਨਾਂ ਨੂੰ ਅਸੀਂ ਅਨਵੀਲ ਕੀਤਾ ਸੀਗਾ ਸੈਟਰਡੇ, ਤੇ ਕਮਿਊਨਿਟੀ ਦਾ ਬਹੁਤ ਜ਼ਿਆਦਾ ਇਕੱਠ ਸੀਗਾ, ਬਹੁਤ ਜ਼ਿਆਦਾ ਭਰਵਾਂ ਹੁੰਗਾਰਾ ਸੀ ਕਮਿਊਨਿਟੀ ਦਾ। ਉੱਥੋਂ ਪੁਰਾਣੇ ਜਿਹੜੇ ਪਾਇਨੀਅਰਸ ਜਿਹੜੇ ਆਪਣੇ ਜੱਜ ਸੀਗੇ, ਲੂਅਰ ਸੀਗੇ, ਉਹ ਵੀ ਆਏ ਸੀਗੇ, ਉਹਨਾਂ ਨੇ ਵੀ ਇਵੈਂਟ ਵਿੱਚ ਜਿਹੜੀਆਂ ਆਪਦੀਆਂ ਜੋ ਯਾਦਾਂ ਸੀਗੀਆਂ ਉਹ ਸ਼ੇਅਰ ਕੀਤੀਆਂ ਉਸ ਗੁਰਦੁਆਰੇ ਦੇ ਨਾਲ, ਤੇ ਕਾਫੀ ਇਕੱਠ ਸੀਗਾ, ਕਮਿਊਨਿਟੀ ਬਹੁਤ ਜ਼ਿਆਦਾ ਖੁਸ਼ ਸੀਗੀ। ਤੇ ਮੈਨੂੰ ਵੀ ਮੌਕਾ ਦਿੱਤਾ ਸੀ ਮੈਂ ਬੋਲਣ ਦਾ, ਮੈਂ ਵੀ ਆਪਦੇ ਗ੍ਰੈਂਡਫਾਦਰ ਦੀ ਜਿਹੜੀ ਪੇਨਫੁਲ ਸਟੋਰੀ ਸਾਂਝੀ ਕੀਤੀ ਸੀਗੀ, ਨਾਲੇ ਧੰਨਵਾਦ ਕੀਤਾ ਸੀਗਾ ਐਕਸਪੋਰਟ ਦਾ, ਮੇਅਰ ਸਾਹਿਬ ਦਾ, ਸਾਰਿਆਂ ਦਾ ਰਿਕਗਨਾਈਜ਼ ਕਰਨ ਲਈ ਕੋਮਾਗਾਟਾ ਮਾਰੂ ਦੇ ਪੈਸੇਂਜਰਸ ਨੂੰ। ਤੇ ਉਸ ਤੋਂ ਮਗਰੋਂ ਫਿਰ ਮੇਅਰ ਸਾਹਿਬ ਨੇ ਵੀ ਮੇਰੀ ਐਡਵੋਕੇਸੀ ਜਦੋਂ ਉਹਨੇ ਸਪੀਚ ਕੀਤੀ ਉਹਦੇ ਵਿੱਚ ਵੀ ਉਹਨਾਂ ਨੇ ਮੈਨੂੰ ਰਿਕਗਨਾਈਜ਼ ਕੀਤਾ। ਦੋਸਤੋਂ ਮਗਰੋਂ ਫਿਰ ਅਸੀਂ ਜਿਹੜਾ ਹੈਗਾ ਸਟਰੀਟ ਸਾਈਨ ਨੂੰ ਵੀ ਅਨਵੀਲ ਕੀਤਾ ਮੇਅਰ ਸਾਹਿਬ ਨਾਲ ਮਿਲ ਕੇ, ਸਾਰੀ ਕਾਉਂਸਲ ਨਾਲ ਮਿਲ ਕੇ। ਦੋਸਤੋਂ ਮਗਰੋਂ ਫਿਰ ਉਹਨਾਂ ਨੇ ਮੇਰੀ ਐਡਵੋਕੇਸੀ ਜੋ 4 ਸਾਲ ਦੀ ਸੀਗੀ, ਫਿਰ ਮੈਨੂੰ ਅੱਜ ਜਿਸ ਤਰ੍ਹਾਂ ਕਿ ਆਪਣਾ ਸਾਈਨ ਹੈਗਾ ਵਾ ਕੋਮਾਗਾਟਾ ਮਾਰੂ ਵੇ, ਇਹ ਮੈਨੂੰ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਸੀਗਾ। ਬਿਲਕੁਲ ਜੀ, ਸਾਊਥ ਫਰੇਜ਼ਰ ਵੇ ਕੋਮਾਗਾਟਾ ਮਾਰੂ ਵੇ ਜਿਹੜਾ ਹੁਣ ਰੱਖ ਦਿੱਤਾ ਗਿਆ। ਸੋ ਚਾਹੇ ਹੀ ਸ਼ੋਰਟ ਨੇਮ, ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਸਾਨੂੰ ਇਹ ਚੀਜ਼ ਅਸੀਂ ਇੱਥੇ ਦੇਖਣਾ ਚਾਹੁੰਦੇ ਆ ਪਰ ਇਹ ਪੋਸੀਬਲ ਨਹੀਂ ਹੈਗਾ, ਪਰ ਰੈਕਗਨਾਈਜ਼ ਕੀਤਾ ਗਿਆ, ਇਹ ਸਭ ਤੋਂ ਵੱਡੀ ਗੱਲ ਹੈ। ਆਨਰ ਕੀਤਾ ਗਿਆ ਇਹਨੂੰ ਕਹਿੰਦੇ, ਉਹਨਾਂ ਨੂੰ ਜਿਹੜਾ ਸਟਰੀਟ ਦਾ ਉਹਨਾਂ ਨੂੰ ਆਨਰ ਕੀਤਾ ਗਿਆ, ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਉਹਨਾਂ ਨੇ ਕੀਤੀ ਹੈਗੀ ਆ। ਤੇ ਨਾਲੇ ਇਹ ਹਾਈਵੇ ਹੈਗਾ ਵਾ ਰਾਈਟ ਜਿਹੜਾ ਸਾਊਥ ਫਰੇਜ਼ਰ ਵੇ, ਤੇ ਇੱਥੇ ਲੱਖਾਂ ਹੀ ਲੋਕ ਜਾਂਦੇ ਨੇ ਹੈਗੇ, ਤੇ ਹੁਣ ਲੱਖਾਂ ਹੀ ਲੋਕ ਐਜੂਕੇਟ ਹੋਣਗੇ ਉੱਥੇ, ਕੈਨੇਡੀਅਨ ਐਜੂਕੇਟ ਹੋਣਗੇ, ਜੋ ਦੇਖਣਗੇ ਗੂਗਲ ਕਰਨਗੇ ਵੀ ਇਹਦਾ ਨਾਂ ਕਿਉਂ ਰੱਖਿਆ ਗਿਆ, ਸਾਰੀ ਇਨਫੋਰਮੇਸ਼ਨ ਗੂਗਲ ਤੇ ਵੀ ਹੈਗੀ ਆ। ਜਾਓ ਗੁਰਦੁਆਰਾ ਜੋ ਹੈਰੀਟੇਜ ਹੈਗਾ ਵਾ ਉੱਥੇ ਜਾ ਕੇ
ਉਹ ਸਟੋਰੀ ਬੋਰਡ ਜਿਹੜੇ ਸਾਈਨ ਪੜ੍ਹਨਗੇ ਉੱਥੋਂ ਵੀ ਇਨਫੋਰਮੇਸ਼ਨ ਲੈ ਸਕਣਗੇ। ਹੁਣ ਇਹ ਲੱਖਾਂ ਹੀ ਲੋਕ, ਕਰੋੜਾਂ ਹੀ ਲੋਕ, ਮਿਲੀਅਨਸ ਲੋਕ ਜਿਹੜੇ ਆ ਕੈਨੇਡੀਅਨ ਜਿਹੜੇ ਹੈਗੇ ਆ ਇਸ ਇਤਿਹਾਸ ਤੋਂ ਐਜੂਕੇਟ ਹੋਣਗੇ। ਇਹ ਬਹੁਤ ਵੱਡੀ ਗੱਲ ਕੀਤੀ ਆ ਮੇਅਰ ਸਾਹਿਬ ਨੇ, ਸਿਟੀ ਆਫ ਐਕਸਪੋਰਟ ਨੇ, ਸਾਡੀ ਕਾਉਂਸਲ ਨੇ, ਸਾਡੀ ਸਿਟੀ ਸਟਾਫ ਨੇ, ਨਾਲ ਹੀ ਨਾਲ ਮੈਂ ਜਿਹੜੀ 2 ਮੈਨੇਜਰ ਹੈਗੀਆਂ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਸੀ ਮੇਰੀ, ਟੈਰਾ ਡਿਕਨਸਨ ਤੇ ਸੂ ਨੇ, ਤੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਬਹੁਤ ਜ਼ਿਆਦਾ ਹੈਲਪ ਕੀਤੀ ਉਹਨਾਂ ਨੇ ਮੇਰੀ। ਜੀ ਬਿਲਕੁਲ, ਜਦੋਂ ਅਸੀਂ ਦੇਖਦੇ ਹਾਂ ਕਿ ਰੈਕਗਨਾਈਜ਼ ਕੀਤਾ ਜਾ ਰਿਹਾ ਹਰ ਸਿਟੀ ਦੇ ਵੱਲੋਂ, ਹਰ ਮਿਊਨਿਸਪੈਲਿਟੀ ਦੇ ਵੱਲੋਂ ਜਿਹੜਾ ਹੈ ਉਹ ਕੰਮ ਕੀਤਾ ਜਾ ਰਿਹਾ, ਤੁਹਾਨੂੰ ਵੀ ਜਿਹੜੇ ਨੇ ਉਹ ਸਾਈਨ ਦਿੱਤੇ ਜਾ ਰਹੇ ਨੇ ਤਾਂ ਕਿ ਤੁਸੀਂ ਵੀ ਯਾਦ ਰੱਖੋ ਕਿ ਕਿਹੜੀ ਕਿੱਥੇ ਕੰਮ ਕੀਤਾ ਗਿਆ। ਇਸ ਸਟਰੀਟ ਦਾ ਨਾਮ ਲੱਗ ਜਾਣਾ ਇੱਕ ਅੱਧੇ ਦਿਨ ਦਾ ਕੰਮ ਨਹੀਂ, ਪਹਿਲਾਂ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਕਿ ਇਹ ਅਸੀਂ ਚੇਂਜ ਕਰਾਂਗੇ, ਤਾਂ ਚੇਂਜ ਕਰਨ ਤੇ ਕਈ ਮਹੀਨੇ, ਕਈ ਦਿਨ ਜਿਹੜੇ ਨੇ ਉਹ ਲੱਗ ਜਾਂਦੇ ਨੇ, ਤੇ ਹੁਣ ਇਹ ਵਾਲਾ ਆਲਰੇਡੀ ਸਾਈਨ ਅਪ ਹੋ ਗਏ ਨੇ, ਉੱਥੇ ਲੱਗ ਗਏ ਨੇ। ਹਾਂਜੀ ਸਾਈਨ ਆਲਰੇਡੀ ਲੱਗ ਗਏ ਨੇ, ਤੁਸੀਂ ਜਾ ਕੇ ਦੇਖ ਸਕਦੇ ਹੈਗੇ ਆ। ਤੇ ਆਪਣੇ ਮੇਰੇ ਖਿਆਲ ਬਹੁਤ ਜਿਹੜੇ ਆਪਣੀ ਕਮਿਊਨਿਟੀ ਨੇ ਫੋਟੋਆਂ ਵੀ ਖਿਚਾਉਂਦੇ ਸੀਗੇ ਨਾਲ, ਉੱਥੇ ਸਟਰੀਟ ਸਾਈਨ ਆਲਰੇਡੀ ਲੱਗੇ ਹੋਏ ਨੇ ਤੇ ਜਾਂ ਜਿਹੜੇ ਸਟੋਰੀ ਬੋਰਡ ਵੀ ਲੱਗੇ ਹੋਏ ਨੇ। ਤੇ ਤੁਸੀਂ ਜਦੋਂ ਜਦੋਂ ਆਪਾਂ ਬੱਚੇ ਗੁਰਦੁਆਰੇ ਜਾਂਦੇ ਆ, ਗੁਰਦੁਆਰੇ ਨਿਕਲਦੇ ਸਾਹਮਣੇ ਤੁਹਾਨੂੰ ਸਾਈਨ ਦਿਖਣਗੇ। ਅਫਕੋਰਸ ਤੁਸੀਂ ਨਾਲ ਜਦੋਂ ਟਾਈਮ ਕੱਢ ਕੇ 5-10 ਮਿੰਟ ਗੁਰਦੁਆਰਾ ਸਾਹਿਬ ਪੁਰਾਣੇ ਜਾ ਕੇ ਜਿਹੜੇ ਹੈਗੇ ਆ ਜਿਹੜੀ ਹਿਸਟਰੀ ਬੱਚਿਆਂ ਨੂੰ ਪੜ੍ਹਾ ਸਕਦੇ ਹੈਗੇ ਆ, ਐਜੂਕੇਟ ਕਰ ਸਕਦੇ ਹੈਗੇ ਆ। ਤੇ ਅਫਕੋਰਸ ਜਿਹੜੇ ਬੱਚੇ ਤੁਹਾਨੂੰ ਜਦੋਂ ਪੁੱਛਣਗੇ ਵੀ ਉਸ ਪੁਰਾਣਾ ਕੰਮ ਘੱਟ ਮਾਰੂ ਵੀ ਤਾਂ ਸਾਈਨ ਕਿਉਂ ਲੱਗਿਆ, ਤੁਸੀਂ ਉਹਨਾਂ ਨੂੰ ਐਜੂਕੇਟ ਵੀ ਕਰ ਸਕਦੇ ਹੋ। ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਉਹਦੇ ਉੱਤੇ ਇਨਫੋਰਮੇਸ਼ਨ ਲਿਖੀ ਹੋਈ ਹੈ, ਸਾਰੀ ਇਨਫੋਰਮੇਸ਼ਨ ਲਿਖੀ ਹੋਈ ਹੈ, ਸਾਰੀ ਹਿਸਟਰੀ ਲਿਖੀ ਹੋਈ ਆ। ਤੇ ਇੱਕ ਬਹੁਤ ਗੁੱਡ ਲਰਨਿੰਗ ਟੂਲ ਹੈਗਾ ਕੈਨੇਡੀਅਨ ਲਈ, ਆਪਣੇ ਯੂਥ ਜਿਹੜੇ ਹੈਗੇ ਆ ਜਨਰੇਸ਼ਨ ਦੇ ਲਈ, ਇਸ ਇਤਿਹਾਸ ਨਾਲ ਜਿਹੜਾ ਜੋੜਨ ਦੇ ਲਈ, ਕਿਉਂਕਿ ਇਹ ਜਿਹੜੇ ਇਤਿਹਾਸ ਜਿਹੜੇ ਹੁਣ ਆਪਣੇ ਜਿਹੜੇ ਲੋਕ ਆਉਂਦੇ ਆ ਜਾਂ ਜਿਹੜੇ ਯੂਥ ਆ, ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜੀਆਂ ਸੁੱਖ ਸਹੂਲਤਾਂ ਅਸੀਂ ਮੰਨ ਰਹੇ ਹਾਂ, ਜਾਂ ਅਸੀਂ ਯੂਨੀਵਰਸਿਟੀਆਂ ਵਿੱਚ ਜਾ ਕੇ ਡਾਕਟਰ ਬਣ ਰਹੇ ਹਾਂ, ਲਾਇਰ ਬਣ ਰਹੇ ਹੈਗੇ ਆ, ਜਾਂ ਅਸੀਂ ਕੋਈ ਪੋਲੀਟੀਸ਼ੀਅਨ ਬਣ ਰਹੇ ਹਾਂ, MP ਬਣ ਰਹੇ ਹਾਂ, ਮਿਨਿਸਟਰ ਬਣ ਰਹੇ ਹਾਂ, ਵੀ ਇਹਦੇ ਪਿੱਛੇ ਦੇਣ ਕਿਹਨਾਂ ਦੀ ਹੈ, ਕੁਰਬਾਨੀਆਂ ਕਿਹਨਾਂ ਦੀਆਂ ਹੈਗੀਆਂ ਨੇ, ਹੈ ਨਾ। ਤੇ ਬਜ਼ੁਰਗ ਕਿਹਾ ਕਰਦੇ ਸਨ ਵੀ ਅਸੀਂ ਤਾਂ ਨਹੀਂ ਜਾਣਾ ਹੈਗਾ, ਜਦੋਂ 1968 ਵਿੱਚ ਉਹਨੂੰ ਸੱਦਣਾ ਚਾਹਿਆ ਸੀਗਾ, ਉਹ ਕਹਿੰਦੇ ਸੀਗੇ ਪਰ ਅਸੀਂ ਨਾ ਸਾਡੀਆਂ ਕੌੜੀਆਂ ਜ਼ਿਆਦਾ ਨੇ ਕੈਨੇਡਾ ਦੇ ਨਾਲ, ਪਰ ਅਸੀਂ ਰਾਹ ਖੋਲ੍ਹੇ ਆਏ ਹਾਂ, ਡੰਗੋਰੀ ਰੱਖ ਆਏ ਹਾਂ, ਡੰਗੋਰੀ ਲਫ਼ਜ਼ ਯੂਜ਼ ਕਰਦੇ ਸੀਗੇ, ਅਸੀਂ ਰਾਹ ਖੋਲ੍ਹੇ ਆਏ ਹਾਂ, ਡੰਗੋਰੀ ਰੱਖ ਆਏ ਹਾਂ, ਸਾਡੇ ਭਾਰਤੀ ਭਾਈਚਾਰੇ ਦੇ ਲੋਕ ਜਾਣਗੇ ਇੱਕ ਦਿਨ, ਰਾਜ ਕਰਨਗੇ। ਤੇ ਅੱਜ ਬੋਲ ਸੱਚ ਹੋਏ ਨੇ ਬਜ਼ੁਰਗਾਂ ਦੇ, ਤੇ ਬਹੁਤ ਹੀ ਜਿਹੜੀ ਹੈਗੀ ਆ ਪੀਸਫੁਲ ਢੰਗ ਨਾਲ ਕਮਿਊਨਿਟੀ ਰਹਿ ਰਹੀ ਹੈਗੀ ਆ, ਹਰ ਹਿੱਸੇ ਵਿੱਚ ਹੀ ਰਾਜ ਕਰ ਰਹੀ ਹੈਗੀ ਆ, ਚਾਹੇ ਕੋਈ ਮੀਡੀਆ ਦਾ ਫੀਲਡ ਹੋਵੇ, ਪੋਲੀਟੀਕਲ ਹੋਵੇ, ਫਾਰਮਿੰਗ ਹੋਵੇ, ਬਿਜ਼ਨਸ ਹੋਵੇ, ਤਰੱਕੀਆਂ ਕਰ ਰਹੀ ਆ, ਉਹ ਉਹਨਾਂ ਬਜ਼ੁਰਗਾਂ ਦੀ ਦੇਣ ਹੈਗੀ ਆ। ਰਾਜ ਸਿੰਘ ਜੀ, ਜਦੋਂ ਇਸ ਜਿਹਾ ਕੰਮ ਕਰਨਾ ਹੋਵੇ ਤਾਂ ਇਹ ਰਾਹ ਆਸਾਨ ਨਹੀਂ ਹੁੰਦੇ, ਤੁਹਾਨੂੰ ਡਿਫਿਕਲਟੀਜ਼ ਵੀ ਆਉਂਦੀਆਂ ਨੇ ਤੇ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪੈਂਦਾ, ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਐਪਲੀਕੇਸ਼ਨ ਦਿੰਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਦੀ ਜਦੋਂ ਉਡੀਕ ਹੁੰਦੀ ਹੈ, ਤੇ ਕਿਸ ਤਰ੍ਹਾਂ ਦੀਆਂ ਡਿਫਿਕਲਟੀਜ਼, ਕਿਸ ਤਰ੍ਹਾਂ ਦੀ ਵਿਰੋਧਤਾ ਹੁੰਦੀ ਹੈ ਕਿ ਕਿਉਂ ਤੁਸੀਂ ਸਟਰੀਟਸ ਦਾ ਨਾਮ ਲਿਖਵਾ ਰਹੇ ਹੋ? ਹਾਂਜੀ, ਜਦੋਂ ਤੁਸੀਂ ਇੱਕ ਐਪਲੀਕੇਸ਼ਨ ਦੇ ਦਿੰਦੇ ਆ, ਮਤਲਬ ਇਹਨਾਂ ਈਜ਼ੀ ਨਹੀਂ ਹੈਗਾ। ਉਸ ਤੋਂ ਮਗਰੋਂ ਫਿਰ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਨੇ ਸਟਾਫ ਦੇ ਨਾਲ, ਫਿਰ ਤੁਹਾਨੂੰ ਸਵਾਲ ਪੁੱਛੇ ਜਾਂਦੇ ਨੇ ਵੀ ਕਿਉਂ ਰੱਖੀਏ, ਰਾਈਟ। ਤੇ ਉਹਦੇ ਲਈ ਕਾਫੀ ਜਿਹੜੀ ਹੈਗੀ ਆ ਮਿਹਨਤ ਕਰਨੀ ਪੈਂਦੀ ਹੈਗੀ ਆ, ਕਾਫੀ ਹਾਰਡ ਵਰਕ ਕਰਨਾ ਪੈਂਦਾ ਹੈਗਾ ਵਾ। ਤੇ ਪਰ ਫਾਈਨਲੀ ਜਦੋਂ ਕੰਮ ਹੋ ਜਾਂਦਾ ਵਾ ਫਿਰ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਨੇ, ਤੇ ਆਪਣੇ ਖੁਸ਼ੀ ਮਿਲਦੀ ਹੈਗੀ ਵੀ ਚਲੋ ਫਾਈਨਲੀ ਸਾਰਾ ਕੰਮ ਹੋ ਗਿਆ। ਠੀਕ ਹੈ, ਜਦੋਂ ਕੋਈ ਕੰਮ ਕਰਦੇ ਆ ਰੁਕਾਵਟਾਂ ਹੁੰਦੀਆਂ ਨੇ ਉਹਦੇ 'ਚੋਂ, ਤੇ ਪਰ ਰੁਕਾਵਟਾਂ ਫਿਰ ਜੇ ਤੁਸੀਂ ਕੰਮ ਕਰਦੇ ਹੌਲੀ ਹੌਲੀ ਦੂਰ ਹੋ ਜਾਂਦੀਆਂ ਨੇ। ਜੇ ਤੁਸੀਂ ਚੰਗਾ ਕੰਮ ਕਰਦੇ ਆ ਤੇ ਕਮਿਊਨਿਟੀ ਲਈ ਕੋਈ ਕੰਮ ਕਰਦੇ ਆ ਤੇ ਤੁਹਾਨੂੰ ਇੱਕ એનર્ਜੀ ਮਿਲਦੀ ਰਹਿੰਦੀ ਆ, ਤੇ ਰੁਕਾਵਟਾਂ ਦੇ ਬਾਵਜੂਦ ਵੀ ਤੁਸੀਂ ਕਾਮਯਾਬ ਹੋ ਜਾਂਦੇ ਆ। ਬਿਲਕੁਲ, ਤੇ ਨਾਲ ਕੈਨੇਡਾ ਪਲੇਸ ਦਾ ਨਾਮ ਵੀ ਜਿਹੜਾ ਕੰਮ ਗੱਟਮਰੂ ਵੀ ਇਹਦੇ ਉੱਤੇ ਰੱਖਿਆ ਗਿਆ ਸੀਗਾ, ਤਾਂ ਉਹਦੀ ਇਨਫੋਰਮੇਸ਼ਨ ਵੀ ਸਾਂਝੀ ਕੀਤੀ ਸੀ, ਪਰ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਸਾਈਨ ਕਦੋਂ ਆਪ ਹੋਣਗੇ, ਉਹਦੀ ਕੋਈ ਇਨਫੋਰਮੇਸ਼ਨ ਹੈਗੀ? ਹਾਂਜੀ, ਉਹਦੇ ਜਿਹੜੇ ਸਾਈਨ ਹੈਗੇ ਆ, ਮੈਂ ਗੱਲ ਕੀਤੀ ਸੀਗੀ ਮੇਅਰ ਸਾਹਿਬ ਦੇ ਨਾਲ ਉੱਤੇ, ਉਹ ਕਹਿੰਦੇ ਸਟਾਫ ਦੇ ਨਾਲ, ਉਹ ਕਹਿੰਦੇ ਸੀਗੇ ਵੀ ਜਿਹੜੀ ਐਤਕੀ ਐਂਡ ਤੇ ਅਕਤੂਬਰ ਦੇ ਵਿੱਚ ਮੇਰੇ ਖਿਆਲ ਉਹ ਸਾਈਨ ਜਿਹੜੇ ਹੈਗੇ ਆ ਕੋਮਾਗਾਟਾਮਾਰੂ ਪੁਲਿਸ ਦੇ ਲਗਾ ਦਿੱਤੇ ਜਾਣਗੇ, ਤੇ ਉੱਥੇ ਵੀ ਹਿਸਟਰੀ ਜਿਹੜੀ ਹੈਗੀ ਆ ਲਿਖੀ ਜਾਊਗੀ। ਇਕੱਲੇ ਸਾਈਨ ਨਹੀਂ ਲਗਾਉਣੇ ਹੈਗੇ, ਉੱਥੇ ਵੀ ਜਿਹੜੀ ਹੈਗੀ ਆ ਹਿਸਟਰੀ ਲਿਖੀ ਜਾਊਗੀ। ਤੇ ਨਾਲੇ ਜਦੋਂ ਆਪਾਂ ਸਟਰੀਟ ਤੇ ਚੱਲਦੇ ਹੈਗੇ ਆ ਤੇ ਆਪਾਂ ਦੇਖ ਸਕਦੇ ਹਾਂ ਇੱਕ ਡਾਇਰੈਕਟ ਵਿਊ ਹੈਗਾ ਵਾ ਵੀ ਕਿੱਥੇ ਕੋਮਾਗਾਟਾਮਾਰੂ ਜਹਾਜ਼ ਖੜਾ ਸੀਗਾ, ਇਸ ਲਈ ਉਹਨੂੰ ਮੈਂ ਰეკਮੈਂਡ ਕੀਤਾ ਸੀਗਾ, ਤੇ ਉਹ ਪਿੰਡ ਪੁਆਇੰਟ ਵੀ ਕੀਤਾ ਜਾਵੇਗਾ। ਜੀ ਬਿਲਕੁਲ, ਤੇ ਉਹਦਾ ਵੀ ਇੰਤਜ਼ਾਰ ਰਹੇਗਾ। ਪਰ ਜਦੋਂ ਅਸੀਂ ਕੋਮਾਗਾਟਾਮਾਰੂ ਦੀ ਗੱਲ ਕਰਦੇ ਹਾਂ ਤਾਂ ਉੱਥੇ ਹੁਣ ਬਹੁਤ ਜਗ੍ਹਾ ਦੇ ਉੱਤੇ ਸਾਨੂੰ ਸਾਈਨ ਲੱਗੇ ਜਿਹੜੇ ਨਜ਼ਰ ਆ ਰਹੇ ਨੇ, ਪਰ ਤੁਹਾਨੂੰ ਕੀ ਲੱਗਦਾ ਕਿ ਸਾਈਨ ਲਾਉਣ ਦੇ ਨਾਲ ਜਿਹੜਾ ਮੈਸੇਜ ਅਸੀਂ ਪਹੁੰਚਾਉਣਾ ਚਾਹੁੰਦੇ ਹਾਂ ਯੂਥ ਤੱਕ, ਉਹ ਪਹੁੰਚਦਾ ਹੋ ਰਿਹਾ?
ਹਾਂਜੀ ਆਫ ਕੋਰਸ ਜਦੋਂ ਤੁਸੀਂ ਜਿਵੇਂ ਸਟਰੀਟਾਂ ਦੇ ਸਾਈਨ ਜਿਹੜੇ ਹੈਗੇ ਆਪਾਂ ਲਗਾਉਂਦੇ ਆ ਜਾਂ ਸਟੋਰੀ ਬੋਰਡ ਲਗਾਉਂਦੇ ਹੈਗੇ ਆ ਤੇ ਇਹ ਜੈਸ ਇਹ ਫਿਰ ਜਿਹੜੇ ਯੂਥ ਨੂੰ ਫਿਰ ਆਪਣੇ ਜਦੋਂ ਨਿਊਜ਼ਸ ਵਿੱਚ ਆਉਂਦਾ ਮੀਡੀਆ ਵਿੱਚ ਆਉਂਦਾ ਵਾ ਉਹਨਾਂ ਨੂੰ ਪਤਾ ਲੱਗਦਾ ਹੈਗਾ ਯੂਥ ਬਹੁਤ ਐਜੂਕੇਟ ਹੁੰਦੇ ਨੇ ਤੇ ਮੈਨੂੰ ਜਿੰਨਾ ਵੀ ਮਿਲਦੇ ਨੇ ਸਾਰੇ ਖੁਸ਼ ਹੁੰਦੇ ਨੇ ਕਮਿਊਨਿਟੀ ਬਹੁਤ ਖੁਸ਼ ਹੈਗੀ ਆ ਯੂਥ ਅਤੇ ਨਾਲੇ ਥੈਂਕ ਯੂ ਕਰਦੇ ਨੇ ਮੇਰਾ ਵਰਕ ਹਾਰਡ ਵਰਕ ਕਰਨ ਦਾ ਨਾਲੇ ਉਹ ਐਜੂਕੇਟ ਹੁੰਦੇ ਨੇ ਤੇ ਇਸ ਇਤਿਹਾਸ ਬਾਰੇ ਜਿਹੜੀ ਹੈਗੀ ਆ ਵੀ ਸਮਝਦੇ ਹੋਰ ਵੀ ਉਹਨਾਂ ਨੂੰ ਜਿਹੜੀ ਆ ਆਪਣੇ ਹੁੰਦਾ ਵੀ ਹੋਰ ਦੀ ਪੁੱਛੀਏ ਜਾਂ ਹੋਰ ਪਤਾ ਕਰੀਏ ਇਸ ਇਤਿਹਾਸ ਬਾਰੇ ਹੋਰ ਵੀ ਗੱਲਾਂ ਬਾਤਾਂ ਰਾਈਟ ਪੁੱਛਦੇ ਨੇ ਤੇ ਇਹ ਬਹੁਤ ਜ਼ਿਆਦਾ ਇੱਕ ਗੁੱਡ ਲਰਨਿੰਗ ਟੂਲ ਹੈਗਾ ਕੈਨੇਡੀਅਨ ਲਈ ਯੂਥ ਨੂੰ ਜਿਹੜਾ ਹੈਗਾ ਵਾ ਜੋੜਨ ਦੇ ਲਈ ਇਸ ਇਤਿਹਾਸ ਬਾਰੇ ਬਿਲਕੁਲ ਸੋ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਸਾਈਨ ਪਹਿਲਾਂ ਵੀ ਲੱਗ ਚੁੱਕੇ ਹੈਗੇ ਨੇ ਵੈਨਕੂਵਰ ਦੇ ਵਿੱਚ ਵੀ ਲੱਗੇ ਹੋਏ ਨੇ ਤੇ ਉਦੋਂ ਬੜਾ ਮਾਣ ਹੁੰਦਾ ਜਦੋਂ ਕਾਲਜਸ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਜਾ ਕੇ ਉੱਥੇ ਜਿਹੜਾ ਨਾਲੇ ਤਾਂ ਪਿਕਚਰਸ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਨਾਲੇ ਅਸਾਈਨਮੈਂਟਸ ਦਿੱਤੀਆਂ ਜਾਂਦੀਆਂ ਨੇ ਕਿ ਇਹਦੀ ਹਿਸਟਰੀ ਬਾਰੇ ਜਾਣ ਕੇ ਲੈ ਕੇ ਆਓ ਤੇ ਫਿਰ ਉੱਥੇ ਜਾ ਕੇ ਕਈ ਵਾਰ ਸਟੂਡੈਂਟਸ ਉੱਥੇ ਪੜ੍ਹਦੇ ਦੇਖਦੇ ਆ ਜਦੋਂ ਤਾਂ ਫਿਰ ਪਤਾ ਲੱਗਦਾ ਕਿ ਸਿਰਫ ਸਾਡੀ ਕਮਿਊਨਿਟੀ ਦੇ ਵਿੱਚ ਨਹੀਂ ਹੋਰਾਂ ਕਮਿਊਨਿਟੀਜ਼ ਵੀ ਆ ਕੇ ਪੜ੍ਹਦੀਆਂ ਨੇ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਇਤਿਹਾਸ ਕਿਵੇਂ ਦਾ ਹਾਂਜੀ ਆਫ ਕੋਰਸ ਜਿਹੜਾ ਇਤਿਹਾਸ ਹੈਗਾ ਹੁਣ ਜਿਵੇਂ ਮੈਂ ਮਿਸ਼ਨ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਮਿਸ਼ਨ ਵਿੱਚ ਵੀ ਮੈਂ ਜਿਹੜੀ ਹੈਗੀ ਆ ਸਕੂਲ ਬੋਰਡ ਨਾਲ ਮਿਲ ਕੇ ਤੇ ਜਿਹੜੇ ਹੈਗੇ ਸਿਟੀ ਨਾਲ ਜਿਹੜਾ ਮਿਲ ਕੇ ਇੱਕ 3 ਪੇਜ ਦਾ ਜਿਹੜੀ ਹਿਸਟਰੀ ਲਿਖੀ ਸੀ ਕਾਮਾਗਾਟਾ ਮਾਰੂ ਦੀ ਹੁਣ ਮਿਸ਼ਨ ਦੇ ਜਿਹੜੇ ਹਰ ਸਕੂਲ ਵਿੱਚ ਪੜ੍ਹਾਈ ਜਾ ਰਹੀ ਆ ਚਾਹੇ ਉਹ ਐਲੀਮੈਂਟਰੀ ਹੋਵੇ ਚਾਹੇ ਉਹ ਆਪਣੇ ਹਾਈ ਸਕੂਲ ਹੋਵੇ ਤੇ ਹਰ ਇੱਕ ਸਕੂਲ ਵਿੱਚ ਪੜ੍ਹਾਈ ਜਾ ਰਹੀ ਹੈ ਇਸੇ ਤਰ੍ਹਾਂ ਹੀ ਮੈਂ ਬਾਕੀ ਜਿਹੜੀ ਸਿਟੀ ਨਾਲ ਵੀ ਗੱਲਬਾਤ ਕਰਾਂਗਾ ਤੇ ਯੂਨੀਵਰਸਿਟੀ ਨਾਲ ਵੀ ਗੱਲਬਾਤ ਕਰਾਂਗਾ ਹਜੇ ਵੀ ਪੜ੍ਹਾਈ ਜਾਂਦੀ ਹੈਗੀ ਆ ਅਤੇ ਪਰ ਆਪਣੇ ਹੋਰ ਵੀ ਡਿਟੇਲ ਨਾਲ ਆਪਾਂ ਇਸ ਨੂੰ ਪੜ੍ਹਾ ਸਕਦੇ ਹੈਗੇ ਆ ਇਹਦੇ ਨਾਲ ਜਿਹੜੇ ਹੈਗੇ ਇਕੱਲੀ ਆਪਣੀ ਕਮਿਊਨਿਟੀ ਨਹੀਂ ਐਜੂਕੇਟ ਹੁੰਦੀ ਬਾਕੀ ਦੀਆਂ ਕਮਿਊਨਿਟੀਆਂ ਵੀ ਐਜੂਕੇਟ ਹੁੰਦੀਆਂ ਨੇ ਹੁਣ ਆਪਾਂ ਜਦੋਂ ਵੀ ਕਿਤੇ ਬਾਹਰ ਗੱਲ ਕਰਦੇ ਆ ਮੋਸਟਲੀ ਲੋਕਾਂ ਨੂੰ ਪਤਾ ਹੁੰਦਾ ਵੀ ਕਾਮਾਗਾਟਾ ਮਾਰੂ ਜਹਾਜ਼ ਆਇਆ ਸੀਗਾ ਕਿਸ ਤਰ੍ਹਾਂ ਉਹਨਾਂ ਨੇ ਤਕਲੀਫਾਂ ਤੇ ਝੱਲੀਆਂ ਨੇ ਆਪਣੇ ਉਹਨਾਂ ਨਾਲ ਜਿਹੜਾ ਹੈਗਾ ਗੌਰਮੈਂਟ ਦਾ ਵਤੀਰਾ ਸੀਗਾ ਜਦੋਂ ਵਾਪਸ ਗਏ ਨੇ ਕਿਸ ਤਰ੍ਹਾਂ ਉਹਨਾਂ ਤੇ ਜਿਹੜੀਆਂ ਗੋਲੀਆਂ ਚਲੀਆਂ ਗਈਆਂ ਉਹਨਾਂ ਨੇ 20 ਸ਼ਹੀਦ ਕੀਤੇ ਗਏ ਮੌਕੇ ਤੇ ਬਾਕੀ ਨੂੰ ਜੇਲ੍ਹਾਂ 'ਚ ਰੱਖਿਆ ਗਿਆ ਕਿਸ ਤਰ੍ਹਾਂ ਫਿਰ ਉਹ ਜਿਹੜੇ ਬਜ਼ੁਰਗ ਪ੍ਰੋਟੈਸਟ ਦੇ ਲਈ ਆਜ਼ਾਦੀ ਦੀ ਮੂਵਮੈਂਟ ਵਿੱਚ ਗਏ ਨੇ ਖੁਦ ਮੇਰੇ ਗ੍ਰੈਂਡਫਾਦਰ ਗਏ ਨੇ ਤੇ ਉਸ ਤੋਂ ਮਗਰੋਂ 1947 ਵਿੱਚ ਜੇ ਆਪਣਾ ਦੇਸ਼ ਆਜ਼ਾਦ ਹੁੰਦਾ ਵਾ ਤਾਂ ਕਾਮਾਗਾਟਾ ਮਾਰੂ ਇੱਕ ਟਰਨਿੰਗ ਪੁਆਇੰਟ ਸੀਗਾ ਇੰਡੀਆ ਦੀ ਫਰੀडम ਮੂਵਮੈਂਟ ਵਿੱਚ ਤੇ ਇਹ ਸਾਰਾ ਇਤਿਹਾਸ ਬਾਰੇ ਜਿਹੜੇ ਹੈਗਾ ਪਤਾ ਲੱਗਦਾ ਹੈਗਾ ਹਾਂਜੀ ਬਿਲਕੁਲ ਤੂਰ ਸਾਹਿਬ ਇੱਥੇ ਅਸੀਂ ਇਹ ਵੀ ਦੱਸ ਦਈਏ ਕਿ ਇਹ ਸਟਰੀਟ ਦਾ ਸਾਈਨ ਲੈਣਾ ਜਿਹੜਾ ਬਹੁਤ ਸੌਖਾ ਕੰਮ ਨਹੀਂ ਹੈਗਾ ਇਹਦੇ ਲਈ ਬਹੁਤ ਤਰਕ ਬਹੁਤ ਦਲੀਲਾਂ ਬਹੁਤ ਹਿਸਟਰੀ ਨੂੰ ਮੱਦੇਨਜ਼ਰ ਰੱਖ ਕੇ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਰੱਖਣੀਆਂ ਪੈਂਦੀਆਂ ਨੇ ਇਟਸ ਲੋਟ ਆਫ ਪੇਪਰ ਵਰਕ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀ ਸੱਚਾਈ ਤੁਹਾਨੂੰ ਸਾਹਮਣੇ ਰੱਖਣੀ ਪੈਂਦੀ ਹੈ ਐਂਡ ਸਮਟਾਈਮਸ ਜਦੋਂ ਤੁਸੀਂ 3-4 ਸਾਲ ਦੀ ਗੱਲ ਕਰਦੇ ਆ ਤੇ ਕਈ ਵਾਰੀ ਤਾਂ ਮੇਅਰ ਤੱਕ ਬਦਲ ਜਾਂਦੇ ਨੇ ਤੇ ਦੁਬਾਰਾ ਮੇਅਰ ਦੇ ਨਾਲ ਫਿਰ ਕੰਟੈਕਟ ਦੇ ਵਿੱਚ ਆਉਣਾ ਪੈਂਦਾ ਉਹ ਚੀਜ਼ਾਂ ਵੀ ਬਹੁਤ ਕਈ ਵਾਰੀ ਰੁਕਾਵਟਾਂ ਬਣਦੀਆਂ ਨੇ ਹਾਂਜੀ ਇੱਥੇ ਵੀ ਤਾਂ ਮੇਅਰ ਸਾਹਿਬ ਆਪਣੇ ਚੇਂਜ ਹੋ ਗਏ ਸੀਗੇ ਪਹਿਲਾਂ ਮੇਅਰ ਸਾਹਿਬ ਹੋਰ ਸੀ ਹੁਣ ਮੇਅਰ ਸਾਹਿਬ ਹੋਰ ਰਹੇ ਨੇ ਪਰ ਦੋਨੇ ਹੀ ਮੇਅਰ ਚੰਗੇ ਸੀਗੇ ਹਾਂਜੀ ਦੋਨੇ ਹੀ ਮੇਅਰ ਜਿਹੜੇ ਸੀਗੇ ਬਹੁਤ ਹੀ ਜਿਹੜੇ ਪਹਿਲਾਂ ਵਾਲੇ ਸੀ ਉਹ ਵੀ ਬਹੁਤ ਮੇਰਾ ਭਰਵਾਂ ਹੰਗਾਰਾ ਦਿੱਤਾ ਉਹ ਕਹਿੰਦੇ ਮਿਸਟਰ ਟੂਰ ਅਸੀਂ ਕਰਾਂਗੇ ਨਾਟ ਟੂ ਵਰੀ ਫਿਰ ਇਹ ਜਿਹੜੇ ਮੇਅਰ ਸਾਹਿਬ ਬਹੁਤ ਜ਼ਿਆਦਾ ਚੰਗੇ ਨੇ ਹਨਾ ਦੋਨੇ ਮੇਅਰ ਬਹੁਤ ਜ਼ਿਆਦਾ ਚੰਗੇ ਸੀ ਦੋਨੇ ਹੀ ਬਹੁਤ ਸਪੋਰਟਿਵ ਸੀ ਮੇਰੇ ਤੇ ਪਰ ਜਦੋਂ ਤੁਸੀਂ ਜਦੋਂ ਮੀਟਿੰਗਾਂ ਕਰਦੀਆਂ ਸਟਾਫ ਦੇ ਨਾਲ ਮੂਹਰੋਂ ਜਦੋਂ ਸਵਾਲ ਪੁੱਛਦੇ ਹੈਗੇ ਆ ਰਾਈਟ ਉਹਨਾਂ ਨਾਲ ਤੁਹਾਨੂੰ ਬਹੁਤ ਜਿਹੜੀ ਸਿਟੀ ਸਟਾਫ ਦੇ ਨਾਲ ਤੁਹਾਨੂੰ ਕਿਉਂਕਿ ਮੇਅਰ ਸਾਹਿਬ ਨੇ ਤਾਂ ਉਹੀ ਕਰਨਾ ਜੋ ਸਿਟੀ ਸਟਾਫ ਰეკਮੈਂਡ ਕਰਦੇ ਨੇ ਤੇ ਉਹ ਪਹਿਲਾਂ ਤੁਹਾਨੂੰ ਸਿਟੀ ਸਟਾਫ ਨੂੰ ਜਿਹੜਾ ਕਨਵਿੰਸ ਕਰਨਾ ਪੈਂਦਾ ਵਾ ਤੇ ਉਹਦੇ ਲਈ ਫਿਰ ਮੈਨੂੰ ਜਿਹੜਾ ਹੈਗਾ ਮੈਨੂੰ ਹੀ ਪਤਾ ਹੈਗਾ ਕਿ ਸਾਊਥ ਬ੍ਰਿਜਰ ਮੈਂ ਕਿਵੇਂ ਲਿਆ ਵਾ ਬਹੁਤ ਮਿਹਨਤ ਕਰਨੀ ਪਈ ਆ ਈਵਨ ਜੋ ਕੁਛ ਇੱਕ ਦੋ ਆਪਣੇ ਵੀ ਸੀਗੇ ਤੇ ਉਹ ਵੀ ਕਹਿੰਦੇ ਸੀਗੇ ਵੀ ਐ ਕਿਵੇਂ ਹੋ ਸਕਦਾ ਰਾਈਟ ਸਟਰੀਟ ਕਿਵੇਂ ਹੋ ਸਕਦੀ ਆ ਸਾਡਾ ਜਿਹੜਾ ਉੱਥੋਂ ਦੇ ਰੈਜ਼ੀਡੈਂਟ ਸੀਗੇ ਸਾਡਾ ਤਾਂ ਇਹ ਬਹੁਤ ਪੁਰਾਣਾ ਸ਼ਹਿਰ ਹੈਗਾ ਵਾ ਮੈਂ ਕਿਹਾ ਵੀ ਨਿਊ ਵੈਸਟਮਿੰਸਟਰ ਤੋਂ ਪੁਰਾਣਾ ਨਹੀਂ ਹੋ ਸਕਦਾ ਤੇ ਉੱਥੇ ਮੈਂ ਜਿਹੜੀ ਹੈਗੀਆਂ ਫੈਰੀਆਂ ਦੇ ਨਾਂ ਕਰਾਏ ਹੈਗੇ ਆ ਇਸ ਕਰਕੇ ਫਿਰ ਮੈਨੂੰ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਕਨਵਿੰਸ ਕਰਨਾ ਪਿਆ ਸੋ ਫਾਈਨਲੀ ਫਿਰ ਉਹ ਸਿਟੀ ਸਟਾਫ ਐਗਰੀ ਹੋ ਗਏ ਸੀਗੇ ਤੇ ਉਸ ਤੋਂ ਮਗਰੋਂ ਫਿਰ ਮੈਂ ਇਹ ਵੀ ਆਖਿਆ ਸੀਗਾ ਮੈਂ ਕਿਹਾ ਐਂ ਕਰੋ ਤੁਸੀਂ ਕੰਸਲਟੇਸ਼ਨ ਕਰ ਲਓ ਜਿਹੜੀ ਹੈਗੀ ਆ ਕਮਿਊਨਿਟੀ ਦੀ ਹੈ ਨਾ ਫਿਰ ਉਹਨੇ ਸਰਵੇ ਪਾਇਆ ਸੀ ਮੇਰੇ ਕਹਿਣ ਤੇ ਰਾਈਟ ਮੈਂ ਕਿਹਾ ਵੀ ਇਹ ਨਾ ਕਹਿ ਦਿਓ ਕਿ ਰਾਜ ਸਿੰਘ ਦੂਰ ਇਕੱਲਾ ਹੀ ਕਰਾ ਗਿਆ ਤੇ ਮੈਂ ਕਿਹਾ ਵੀ ਕਿ ਜੇ ਕਮਿਊਨਿਟੀ ਦਾ ਰਾਈਟ ਮੈਨੂੰ ਪਤਾ ਵੀ ਸਹਿਯੋਗ ਮੈਨੂੰ ਹੁੰਦਾ ਕਮਿਊਨਿਟੀ ਹਮੇਸ਼ਾ ਹੀ ਮੇਰੇ ਨਾਲ ਖੜੀ ਆ ਤੇ ਮੈਂ ਕਿਹਾ ਵੀ ਤੁਸੀਂ ਇਹ ਵੀ ਆਪਦਾ ਭੁਲੇਖਾ ਕੱਢ ਲਓ ਤੇ ਉਹਨਾਂ ਨੇ ਸਰਵੇ ਫਿਰ ਪਾਇਆ ਸੀਗਾ ਤੇ ਜਿਹਦੇ 'ਚ ਕਿ 1000 ਤੋਂ ਉੱਤੇ ਪਾਰਟੀਸਪੇਟ ਕੀਤਾ ਸੀਗਾ ਤੇ ਉਹ 'ਚੋਂ 99.9% ਜਿਹੜੇ ਲੋਕ ਸੀਗੇ ਆਲਮੋਸਟ 100 ਹੀ ਸੀਗੇ ਤੇ ਉਹਨਾਂ ਨੇ ਆਖਿਆ ਸੀ ਅਸੀਂ ਰਾਜ ਸਿੰਘ
ਤੂਰ ਦੇ ਨਾਲ ਸਹਿਮਤ ਹਾਂ ਤੇ ਇਸ ਦਾ ਨਾਂ ਸਾਊਥ ਪ੍ਰਿਜ਼ਰਵੇ ਦਾ ਕੋਮਾਗਾਟਾ ਮਾਰੂ ਵੀ ਹੋਣਾ ਚਾਹੀਦਾ। ਉਸ ਤੋਂ ਮਗਰੋਂ ਫਿਰ ਜਿਹੜੀ ਉਹ ਰਿਪੋਰਟ ਆ ਫਿਰ ਕਾਉਂਸਲ ਤੱਕ ਗਈ ਸੀਗੀ, ਫਿਰ ਉਹ ਜਿਹੜਾ ਸਰਵੇ ਹੈਗਾ ਵਾ ਜੋ ਕਿ ਆਲਮੋਸਟ 100% ਹੀ ਬਣ ਜਾਂਦਾ ਵਾ, ਐਗਰੀ ਸੀ ਮੇਰੇ ਨਾਲ, ਉਹ ਆਲਰੇਡੀ ਮੈਂਸ਼ਨ ਵੀ ਕੀਤਾ ਹੋਇਆ ਸਟਾਫ ਨੇ ਉਹਦੇ 'ਚ। ਇਹ ਈਜ਼ੀ ਟਾਸਕ ਨਹੀਂ ਹੈਗਾ ਈਵਨ ਫॉर ਸਰੀ ਸਿਟੀ, ਜਾਂ ਅਸੀਂ ਵੈਨਕੂਵਰ ਸਿਟੀ ਦੀ ਗੱਲ ਕਰੀਏ ਤੇ ਜਾਂ ਫਿਰ ਅਸੀਂ ਐਬਸਫੋਰਡ ਸਿਟੀ ਦੀ ਗੱਲ ਕਰੀਏ, ਕਿਉਂਕਿ देयर इज ਕਾਸਟ ਇਨਵੋਲਵ ਐਸ ਵੈਲ, ਕਿਉਂਕਿ ਨਵੇਂ ਸਾਈਨ ਬਣਾਉਣੇ ਪੈਂਦੇ ਆ, ਰਿਪਲੇਸ ਕਰਨੇ ਪੈਂਦੇ ਆ। ਫਿਰ ਤੁਸੀਂ ਸਟੋਰੀ ਬੋਰਡ ਦੀ ਗੱਲ ਕੀਤੀ, ਉਹ ਬੋਰਡ ਨੂੰ ਬਣਵਾਉਣ ਦੇ ਉੱਤੇ ਵੀ ਇਨਵੋਲਵ ਹੁੰਦੇ ਆ। ਉਹ ਸਾਰੀਆਂ ਚੀਜ਼ਾਂ ਦੇਖ ਕੇ ਸਿਟੀ ਡਿਸੀਜਨ ਲੈਂਦੀ ਹੈ। ਪਰ ਉਹ ਕਹਿੰਦੇ ਹੁੰਦੇ ਨਾ ਦੇਰ ਆਏ ਦਰੁਸਤ ਆਏ, ਕਿ ਇਸ ਤਰ੍ਹਾਂ ਦੇ ਨਾਲ ਜਦੋਂ ਸਾਈਨ ਲੱਗਦੇ ਨੇ ਤੇ ਸਾਰੀ ਕਮਿਊਨਿਟੀ ਪ੍ਰਾਊਡ ਹੁੰਦੀ ਹੈ ਤੇ ਉਹ ਸ਼ਹੀਦੀਆਂ ਜਿਹੜੀਆਂ ਹੋਈਆਂ ਨੇ, ਉਹ ਜੋ ਸੈਕਰੀਫਾਈਸ ਕੀਤੇ ਗਏ ਨੇ, ਉਹਨਾਂ ਨੂੰ ਜਦੋਂ ਮਾਨਤਾ ਮਿਲਦੀ ਹੈ ਤਾਂ ਫਿਰ ਉਦੋਂ ਪ੍ਰਾਊਡ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਡੇ ਬਜ਼ੁਰਗਾਂ ਦੀ ਦੇਣ ਹੈਗੀ ਹੈ। ਸੋ ਤੁਸੀਂ ਹਮੇਸ਼ਾ ਵਕਾਲਤ ਕਰਦੇ ਆ, ਤੁਸੀਂ ਹਮੇਸ਼ਾ ਜਿਹੜਾ ਆ ਉਹ ਸਿਟੀ ਦੇ ਨਾਲ ਹੋਵੇ, ਕਾਉਂਸਲ ਦੇ ਨਾਲ ਹੋਵੇ, ਚਾਹੇ ਪ੍ਰਧਾਨ ਮੰਤਰੀ ਤੱਕ ਹੋਵੇ, ਹਮੇਸ਼ਾ ਇਨ ਟੱਚ ਰਹਿੰਦੇ ਆ ਤੇ ਕੋਮਾਗਾਟਾ ਮਾਰੂ ਸੁਸਾਇਟੀ ਦੇ ਨਾਲ ਜੁੜੇ ਹੋਏ ਆ। ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਕੇ ਇਨਫੋਰਮੇਸ਼ਨ ਵੀ ਦਿੰਦੇ ਆ। ਤਹਿ ਦਿਲੋਂ ਧੰਨਵਾਦ। ਕੀ ਕਹੋਗੇ ਜੀ ਐਂਡ ਤੇ? ਮੈਂ ਇਹੀ ਗੱਲ ਕਹਾਂਗਾ ਕਿ ਆਪਣੇ ਵੀ ਜਿਹੜਾ ਹੈਗਾ ਵਾ ਵੀ ਮੇਰੇ ਕਮਿਊਨਿਟੀ ਨੇ ਹਮੇਸ਼ਾ ਹੀ ਸਾਥ ਦਿੱਤਾ ਹੈਗਾ ਵਾ ਤੇ ਹਮੇਸ਼ਾ ਹੀ 100% ਕਮਿਊਨਿਟੀ ਮੇਰੇ ਨਾਲ ਖੜੀ ਹੁੰਦੀ ਆ। ਇਹ એનર્ਜੀ ਮਿਲਦੀ ਰਹਿੰਦੀ ਹੈ, ਇਸ ਕਰਕੇ ਮੈਂ ਗਾਂ ਦੀ ਗਾਂ ਮੈਂ ਜਿਹੜੇ ਹੈਗੇ ਆ ਬਜ਼ੁਰਗਾਂ ਨੂੰ ਰਿਕਗਨਾਈਜ਼ ਕਰੀ ਜਾਂਦਾ ਵਾ ਕਿ ਹਰ ਇੱਕ ਸਿਟੀ ਨਾਲ ਮੈਂ ਗੱਲਬਾਤ ਕਰਦਾ ਹੈਗਾ ਵਾ ਤੇ ਇੱਕ ਸਟਰੀਟ ਦਾ ਨਾਂ ਜਾਂ ਕਿਸੇ ਇੰਟਰਪ੍ਰੀਟਿਵ ਸਾਈਨ ਆਪਾਂ ਕਰਾ ਲੈਂਦੇ ਹੈਗੇ ਆ। ਤਾਂ ਕਮਿਊਨਿਟੀ ਹਮੇਸ਼ਾ ਹੀ ਸਾਥ ਦਿੰਦੀ ਆ ਤੇ ਮੈਂ ਧੰਨਵਾਦ ਕਰਦਾ ਹੈਗਾ ਮੈਂ ਸਿਟੀ ਆਫ ਜਿਹੜੇ ਐਬਸਫੋਰਡ ਦੇ ਦੋਨੇ ਮੇਅਰ ਸਾਹਿਬ ਦਾ, ਪਹਿਲੇ ਮੇਅਰ ਸਾਹਿਬ ਦਾ ਵੀ ਤੇ ਹੁਣ ਵਾਲੇ ਮੇਅਰ ਸਾਹਿਬ ਦਾ ਵੀ, ਸਾਰੀ ਕਾਉਂਸਲ ਦਾ ਤੇ ਖਾਸ ਕਰਕੇ ਜਿਹੜੇ ਸਿਟੀ ਮੈਨੇਜਰ ਸੀ ਟੈਰਾ ਡਿਕਨਸਨ ਤੇ ਸੂ, ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੇ ਸਾਰੇ ਮੀਡੀਆ ਦਾ, ਆਪ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹਮੇਸ਼ਾ ਸਾਡੀ ਸਪੋਰਟ ਕਰਦੇ ਆ ਤੇ ਇਸੇ ਤਰ੍ਹਾਂ ਹੀ ਅਸੀਂ ਜਿੰਨਾ ਵੀ ਮੇਰੇ ਤੋਂ ਹੋ ਸਕਿਆ ਇਸ ਇਤਿਹਾਸ ਨੂੰ ਮੈਂ ਕੈਨੇਡੀਅਨ ਤੱਕ ਪਹੁੰਚਾਵਾਂਗਾ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਤੱਕ ਪਹੁੰਚਾਵਾਂਗਾ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਵੀ ਜੋ ਅਸੀਂ ਅੱਜ ਸੁੱਖ ਸਹੂਲਤਾਂ ਮੰਨ ਰਹੇ ਹਾਂ ਜਾਂ ਕੈਨੇਡਾ ਇੱਕ ਮਲਟੀ ਕਲਚਰਲ ਕੰਟਰੀ ਹੈਗਾ ਵਾ, ਜਾਂ ਅਸੀਂ ਅੱਜ ਯੂਨੀਵਰਸਿਟੀਆਂ ਵਿੱਚ ਜਾ ਰਹੇ ਹੈਗੇ, ਡਾਕਟਰ ਵਕੀਲ ਬਣ ਰਹੇ ਆ, ਪੋਲੀਟੀਸ਼ੀਅਨ ਬਣ ਰਹੇ ਆ, ਇਹਨਾਂ ਕਰਕੇ ਬਣ ਰਹੇ ਆ। ਇਹਨਾਂ ਦੀ ਬਹੁਤ ਵੱਡੀ ਦੇਣ ਹੈਗੀ ਉਹਦੇ ਵਿੱਚ। ਜੀ ਬਿਲਕੁਲ, ਧੰਨਵਾਦ ਇੱਕ ਵਾਰ ਫਿਰ ਤੋਂ। ਥੈਂਕ ਯੂ। ਰਾਜ ਸਿੰਘ ਤੂਰ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਦੱਸਿਆ ਕਿ ਸਾਊਥ ਫਰੇਜ਼ਰ ਵੇ ਦਾ ਨਾਂ ਹੁਣ ਕੋਮਾਗਾਟਾ ਮਾਰੂ ਵੇ ਰੱਖ ਦਿੱਤਾ ਗਿਆ। ਐਬਸਫੋਰਡ ਵੱਲ ਜਾਓ ਤਾਂ ਜ਼ਰੂਰ ਇੱਥੇ ਨਜ਼ਰ ਮਾਰਿਓ, ਝਾਤ ਮਾਰਿਓ, ਤੁਹਾਨੂੰ ਹੁਣ ਨਵਾਂ ਸਾਈਨ ਬੋਰਡ ਲਿਖਿਆ ਹੋਇਆ ਨਜ਼ਰ ਆਏਗਾ। ਤੇ ਜੇ ਪੁਰਾਣੇ ਸਿੱਖ ਟੈਂਪਲ ਦੀ, ਗੁਰਦੁਆਰਾ ਸਾਹਿਬ ਦੀ ਗੱਲ ਕਰੀਏ, ਜੇ ਉੱਥੇ ਰਹਿੰਦੇ ਆ, ਉੱਥੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ, ਹਿਸਟਰੀ ਦੇ ਬਾਰੇ ਜ਼ਰੂਰ ਦੱਸੋ। ਰਾਜ ਸਿੰਘ ਤੂਰ ਕੋਮਾਗਾਟਾ ਮਾਰੂ ਪਰਿਵਾਰਾਂ ਦੇ ਵਿੱਚੋਂ ਹਮੇਸ਼ਾ ਵਕਾਲਤ ਕਰਦੇ ਨੇ ਤੇ ਹਮੇਸ਼ਾ ਹੀ ਸਾਡੇ ਲਈ ਇਨਫੋਰਮੇਸ਼ਨ ਲੈ ਕੇ ਆਉਂਦੇ ਨੇ। ਤੇ ਹੁਣ ਇੰਤਜ਼ਾਰ ਰਹੇਗਾ ਅਕਤੂਬਰ ਦਾ, ਜਦੋਂ ਸਭ ਤੋਂ ਵੱਡੇ ਸਾਈਨ ਬੋਰਡ ਕੈਨੇਡਾ ਪਲੇਸ ਦੇ ਉੱਤੇ ਲੱਗਣਗੇ ਤੇ ਉਦੋਂ ਵੀ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣ ਦਾ ਯਤਨ ਅਸੀਂ ਕਰਾਂਗੇ। ਇਨਫੋਰਮੇਸ਼ਨ ਤੇ ਅਪਡੇਟ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।